प्रोग्राम की अज दे इस कैंपेन की शुरुआत जिहड़ी है साडे जो जम्मू तो एक सिंगर ने जो बहुत वधिया सिंगर ने लोक गायक ने उन्हां तो की गई है। पता है तुहानूं अज किस दे लई असीं लाइव होए हां। रोजाना असीं वख-वख विषयां नूं लैके वख-वख सबजैक्ट्स हुंदे ने, वख-वख साडे कोल गैसट हुंदे ने ते वख-वख तरह दीयां गल्लां बातां असीं तुहाडे नाल शेयर करदे हां। पर अज असीं 3 वजे तो लैके 9 वजे तक लाइव होवांगे। कारण एक है, कॉज एक है, आर्यन दी लाइफ नूं बचाउणा। आर्यन जो एक अजिही बीमारी दे नाल जूझ रहा जो कि ਲੱਖਾਂ ਦੇ ਵਿੱਚੋਂ सिर्फ एक बच्चे ਨੂੰ ਹੁੰਦੀ ਹੈ ਤੇ ਉਹ ਆर्यन ਨੂੰ ਹੈ। SMA ਸਪਾਈਨਲ ਮਸਕੂਲਰ ਐਂਟ੍ਰੋਫੀ 1 ਜਿਹੜੀ ਹੈਗੀ ਹੈ ਟਾਈਪ 1 ਦੀ ਜਿਹੜੀ ਸਮੱਸਿਆ ਦੇ ਨਾਲ ਉਹ ਜੂਝ ਰਿਹਾ ਹੈਗਾ। ਉਹਨੂੰ ਉਸ ਬਿਮਾਰੀ ਦੇ ਨਾਲ ਲੜਨ ਲਈ ਕਮਿਊਨਿਟੀ ਸਾਥ ਦੇ ਰਹੀ ਹੈ, ਅੱਗੇ ਵਧ ਰਹੀ ਹੈ। ਜਿਸ ਥਾਂ ਤੋਂ ਉਹਨੇ ਸਟਾਰਟ ਕੀਤੀ ਸੀ ਤੇ ਹੁਣ ਅਸੀਂ ਗੋਲ ਦੇ ਬਿਲਕੁਲ ਨੇੜੇ ਆ। ਉਸ ਬਿਮਾਰੀ ਦੇ ਨਾਲ ਲੜਨ ਲਈ ਉਸ ਦੇ ਇਲਾਜ ਦੇ ਲਈ ਬਹੁਤ ਸਾਰੇ ਪੈਸੇ ਚਾਹੀਦੇ ਨੇ। ਕਹਿ ਸਕਦੇ ਹਾਂ ਕਿ ਇੰਨੇ ਜ਼ਿਆਦਾ ਪੈਸੇ ਇੱਕ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਇਕੱਠੇ ਕਰਨਾ ਇੱਕ ਦਵਾਈ ਦੇ ਲਈ। ਪਰ ਜਿਸ ਤਰ੍ਹਾਂ ਕਮਿਊਨਿਟੀ ਸਾਥ ਦੇ ਰਹੀ ਹੈ, ਅੱਗੇ ਆ ਰਹੀ ਹੈ, ਅਸੀਂ ਸਾਰੇ ਆर्यन ਦੀ ਲਾਈਫ ਨੂੰ ਬਚਾਉਣ ਦੇ ਲਈ ਅੱਗੇ ਆ ਰਹੇ ਹਾਂ। ਇੱਕ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪਰਸੋਂ ਤੱਕ, ਕਿਉਂਕਿ ਪਰਸੋਂ ਨੂੰ आर्यन का बर्थडे है, सो उदों तक पहला बर्थडे उन्होंने गिफ्ट यही दे दईए कि वो अपना इलाज चंगी तरह करवा सके। सो पहला बर्थडे ते दूजा बर्थडे उस इलाज दे नाल करावे कि वो हुण ठीक हो रहा है। सो ये आस उन्हां दे घरदियां नूं भी है, सानू भी है, क्योंकि हुण आर्यन सिर्फ उन्हां दी फैमिली दा नहीं पूरी कम्यूनिटी दा बच्चा आ। सारे चाहुंदे आ कि वो हुण ठीक हो जावे। अज सारा दिन 3 वजे तो लैके अज असीं लाइव हैगे आ ते हुण 9 वजे तक असीं इस तरह ही लाइव रवांगे। नाल साडे जुड़नगे बहुत सारी कम्यूनिटी दे विच सिंगर्स ने ਜਿਹੜੇ ਨਾਲ ਕਮਿਊਨਿਟੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਬਹੁਤ ਮਾਹਰ ਨੇ ਕਮਿਊਨਿਟੀ ਦੇ ਲੋਕ ਨੇ ਤੇ ਨਾਲ ਸਾਡੇ ਨਾਲ ਮਿਨਿਸਟਰਸ ਵੀ ਜੁੜੇ ਰਹਿਣਗੇ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਨੇ MP ਰਣਦੀਪ ਸਰਾਇਆ। ਉਹਨਾਂ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹ ਕੀ ਸੋਚਦੇ ਨੇ ਜਿਸ ਤਰ੍ਹਾਂ ਕਮਿਊਨਿਟੀ ਸਾਥ ਦੇ ਰਹੀ ਹੈ ਆर्यन ਦਾ, आर्यन ਦੇ ਪਰਿਵਾਰ ਦਾ। ਮਿਸਟਰ ਸਰਾਏ, ਸਵਾਗਤ ਹੈ ਤੁਹਾਡਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਔਰ ਤੁਹਾਡੇ ਜਿੰਨੇ ਦਰਸ਼ਕ ਹੈਗੇ ਆ। ਤੁਸੀਂ ਬਹੁਤ ਵਧੀਆ ਇੱਕ ਕਾਰਜ ਕਰ ਰਹੇ ਆ ਕਿ ਜਿਹੜਾ ਇੱਕ ਬੱਚਾ ਬੜਾ ਲੋੜਵੰਦ ਆ, ਉਹਦੇ ਬੇਵਸ ਦੀ ਗੱਲ ਆ, ਉਹਨੂੰ ਆਪ ਨਹੀਂ ਉਹਦੇ ਪਰ ਉਹਦੇ ਮਾਪੇ ਨੇ ਉਪਰਾਲਾ ਕੀਤਾ ਤੇ ਤੁਸੀਂ ਉਹਨੂੰ ਸਹਾਇਤਾ ਇੰਨੀ ਇਨਕਰੇਜਮੈਂਟ ਦਿੱਤੀ ਆ ਜਿਹੜੀ ਮਾਪੇ ਦੇ ਉੱਤੇ ਈਵਨ ਹਜੇ ਇਲਾਜ ਨਹੀਂ ਹੋਇਆ ਪਰ ਜਿਹੜੀ ਉਹਨਾਂ ਦੀ ਖੁਸ਼ੀ ਦੱਸਦੀ ਆ, ਉਹਨਾਂ ਦੇ ਕਿ ਐਕਸਪੈਕਟੇਸ਼ਨ ਆਸ ਹੋ ਗਈ ਆ, ਉਹ ਬਹੁਤ ਉਹਦੇ ਵਾਸਤੇ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਸਾਰੇ ਟੀਵੀ ਸਟੇਸ਼ਨ ਸਟੂਡੀਓ ਦਾ। ਮਿਸਟਰ ਸਰਾਏ, ਐਜ਼ ਅ ਪੇਰੈਂਟ ਜਦੋਂ ਅਸੀਂ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਾਂ, ਪਰ ਜਦੋਂ ਇੰਨੀ ਵੱਡੀ ਰਕਮ ਆ ਜਾਂਦੀ ਹੈ, ਪੈਸਿਆਂ ਦੀ ਗੱਲ ਹੋ ਜਾਂਦੀ ਹੈ, ਬੱਚੇ ਦੀ ਜਾਨ ਦੀ ਗੱਲ ਹੋ ਜਾਂਦੀ, ਕਿਤੇ ਨਾ ਕਿਤੇ ਅਸੀਂ ਘਬਰਾ ਜਾਂਦੇ ਹਾਂ। ਅਸੀਂ ਉਹਨਾਂ ਮਾਂ ਪਿਓ ਦੀ ਵੀ ਸ਼ਲਾਘਾ ਕਰਦੇ ਹੈਗੇ ਹਾਂ। ਅਸੀਂ ਕਹਿੰਦੇ ਹਾਂ ਕਿ ਉਹ ਸਾਹਮਣੇ ਆਏ, ਉਹਨਾਂ ਨੇ ਸਾਥ ਮੰਗਿਆ ਕਮਿਊਨਿਟੀ ਦਾ, ਤਾਂ ਹੀ ਕਮਿਊਨਿਟੀ ਅੱਗੇ ਆਈ। ਕਿਉਂਕਿ ਜੇ ਅਸੀਂ ਆਵਾਜ਼ ਹੀ ਨਹੀਂ ਮਾਰਾਂਗੇ ਤਾਂ ਕਮਿਊਨਿਟੀ ਆਊਗੀ ਕਿੱਦਾਂ? ਉਹਨਾਂ ਨੂੰ ਨਹੀਂ ਪਤਾ ਲੱਗੇਗਾ ਕਿ ਕੀ ਹੋ ਰਿਹਾ ਕਮਿਊਨਿਟੀ ਦੇ ਵਿੱਚ। ਪਰ ਇੱਕ ਉਹ ਕੌਜ਼ ਜਿਹਦੇ ਲਈ ਪੈਸੇ ਬਹੁਤ ਜ਼ਿਆਦਾ ਚਾਹੀਦੇ ਨੇ ਤੇ ਉਹ ਕੌਜ਼ ਦੀ ਜਿਹੜੀ ਦਵਾਈ ਹੈਗੀ ਉਹ ਕੈਨੇਡਾ ਦੇ ਵਿੱਚ ਵੀ ਅਪਰੂਵ ਨਹੀਂ ਹੈਗੀ। ਸੋ ਉਹਦੇ ਲਈ ਜੋ ਉਹਨਾਂ ਨੂੰ ਹੁਣ ਅਮਰੀਕਾ US ਦੇ ਵਿੱਚ ਜਾਣਾ ਪੈਣਾ, ਉੱਥੋਂ ਲੈ ਕੇ ਆਉਣੀ ਪੈਣੀ ਹੈ ਜਾਂ ਉਸ ਕੰਪਨੀ ਦੇ ਥਰੂ ਜਾਣਾ ਪੈਣਾ ਹੈਗਾ ਆ। ਸੋ ਹੁਣ ਐਜ਼ ਅ ਲੀਡਰ ਤੁਸੀਂ ਕੀ ਸੋਚਦੇ ਹੈਗੇ ਕਿ ਕੈਨੇਡਾ ਦੇ ਵਿੱਚ ਇਦਾਂ ਦੀ ਦਵਾਈ ਜਿਹੜੀ ਅਪਰੂਵ ਹੋਣੀ ਚਾਹੀਦੀ ਹੈ? ਸ਼ੋਰ। ਸੋ ਦੇਖੋ ਹਰ ਇੱਕ ਮੁਲਕਾਂ ਦੇ ਆਪਣੇ ਆਪਣੇ ਹੁੰਦੇ ਆ ਜਿਹੜੇ ਪ੍ਰੋਸੀਜਰਸ ਹੈਗੇ ਔਰ ਕੈਨੇਡਾ ਦਾ ਤਾਂ US ਦਾ ਜਨਰਲੀ ਕਾਫੀ ਸਿਮਿਲਰ ਆ। ਕਈ ਵਾਰ ਡਰੱਗ ਮੈਨੂਫੈਕਚਰਰ ਮਾਰਕੀਟ ਦੇ ਹਿਸਾਬ ਨਾਲ ਜ਼ਿਆਦਾ ਜਾਂਦੇ ਆ। US ਵੱਡੀ ਮਾਰਕੀਟ ਆ, ਉੱਥੇ ਅਪਰੂਵਲ ਪਹਿਲਾਂ ਲੈਂਦੇ ਆ, ਫਿਰ ਯੂਰਪ ਦੀ ਲੈ ਲੈਂਦੇ ਆ, ਫਿਰ ਜਿਵੇਂ ਜਾਪਾਨ ਦੀ ਲੈਂਦੇ। ਮੇਰੇ ਖਿਆਲ ਡਰੱਗ ਦਾ ਵੀ ਇਸੇ ਤਰ੍ਹਾਂ ਉਹ ਨਹੀਂ ਕੀਤਾ ਤੇ ਕੈਨੇਡਾ ਨੂੰ ਥੋੜ੍ਹਾ ਛੋਟੀ ਮਾਰਕੀਟ ਕਰਕੇ ਉਹਨਾਂ ਨੂੰ ਖਰਚ ਆਪਣਾ ਬਚਾਉਣ ਦੇ ਥੋੜ੍ਹਾ ਲੇਟਰ ਕਰਦੇ ਆ। ਪਰ ਮੇਰੇ ਅੰਡਰਸਟੈਂਡਿੰਗ ਦੇ ਮੁਤਾਬਕ ਇਹ ਡਰੱਗ ਕੈਨੇਡਾ ਨੇ ਉਹਦਾ ਸਪੈਸ਼ਲ ਪਰਮਿਟ ਦੇ ਦਿੱਤਾ ਕਿ ਉਹ ਇਹਦੇ ਆर्यन ਵਾਸਤੇ ਇੱਥੇ ਆ ਕੇ ਉਹ ਵਰਤ ਸਕਦੇ ਆ। ਸੋ ਬੱਚੇ ਨੂੰ ਨਹੀਂ ਅਮਰੀਕਾ ਜਾਣ ਦੀ ਲੋੜ ਪਊਗੀ, ਉਹ ਇੱਥੇ ਇਨ ਕੈਨੇਡਾ ਹੀ ਉਹ ਇੰਜੈਕਸ਼ਨ ਉਹਨਾਂ ਨੂੰ ਲੱਗ ਸਕਦਾ। ਸੋ ਇਹ ਪ੍ਰੋਸੀਜਰ ਹੈਗਾ ਔਰ ਅਸੀਂ ਆਉਣ ਵਾਲੇ ਟਾਈਮ 'ਤੇ ਯਤਨ ਕਰਾਂਗੇ ਕਿ ਇਹ ਅਪਰੂਵ ਡਰੱਗ ਹੋਵੇ ਤਾਂ ਕਿ ਇਹ ਫਾਰਮ ਕੇਅਰ ਦੇ ਅੰਡਰ ਹੀ ਸਾਨੂੰ ਇੱਥੇ ਮਿਲਿਆ ਕਰੇ ਤਾਂ ਕਿ ਜਿੱਦਾਂ ਹੁਣ ਭੀੜਤਾ ਹੀ ਆ ਕਿ ਇਕੱਠੇ ਕਰੀਏ ਪੈਸੇ ਤਾਂ ਇਸ ਅਪਰੂਵਲ ਉਹ ਨਾ ਲੋੜ ਪਵੇ। ਸਾਡੀ ਕਮਿਊਨਿਟੀ ਇੰਨੀ ਸਹਾਇਤਾ ਕਰਦੀ ਹੈ, ਮਦਦ ਕਰਦੀ ਹੈ, ਅੱਗੇ ਆਉਂਦੀ ਹੈ, ਚਾਹੇ ਉਹ ਕੋਈ ਵੀ ਕਾਰਜ ਹੋਵੇ, ਚਾਹੇ ਬੱਚਿਆਂ ਨੂੰ ਲੈ ਕੇ ਹੋਵੇ, ਚਾਹੇ ਕਿਸੇ ਦੀ ਵੀ ਸਹਾਇਤਾ ਹੋਵੇ। ਡਿਜ਼ਾਸਟਰ ਆਉਂਦੇ ਹੈਗੇ ਆ, ਸਾਡਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈਗਾ ਆ। ਚਾਹੇ ਕਿਤੇ ਲੰਗਰ ਲਗਾਉਣਾ ਹੋਵੇ, ਚਾਹੇ ਕਿਸੇ ਨੂੰ ਦਵਾਈਆਂ ਪਹੁੰਚਾਉਣੀਆਂ ਹੋਣ, ਅਸੀਂ ਸਭ ਤੋਂ ਅੱਗੇ ਜਾ ਕੇ ਅਸੀਂ ਜਿਹੜੀ ਮਦਦ ਕਰਦੇ ਹਾਂ। ਸਿੱਖ ਹੋਣ ਦੇ ਨਾਤੇ
ਜਿਵੇਂ ਸਾਨੂੰ ਵੀ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈਗਾ ਆ ਕਿ ਤੁਸੀਂ ਅੱਗੇ ਜਾਓ, ਕਮਿਊਨਿਟੀ ਦੀ ਹੈਲਪ ਕਰੋ, ਤੁਸੀਂ ਦਸਵੰਧ ਕੱਢੋ, ਦਸਵੰਧ ਕੱਢਦੇ ਹੈਗੇ ਆ ਲੋਕ। ਕਿਸ ਤਰ੍ਹਾਂ ਪ੍ਰਾਊਡ ਫੀਲ ਹੁੰਦਾ ਜਦੋਂ ਕਮਿਊਨਿਟੀ ਇਸ ਤਰ੍ਹਾਂ ਆਪਣੀ ਕਮਿਊਨਿਟੀ ਦਾ ਸਾਥ ਦਿੰਦੀ ਹੈ? ਦੇਖੋ ਬਹੁਤ ਬਹੁਤ ਪ੍ਰਾਊਡ ਹੁੰਦੀ ਹੈ, ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਆ ਇਕੱਲੇ ਆਪਣੇ ਕਾਜ਼ ਲਈ ਵੀ ਹੋਰਾਂ ਲਈ ਵੀ ਹਮੇਸ਼ਾ ਦਿੰਦੀ ਆ। ਜਿੱਥੇ ਵੀ ਕਿਤੇ ਭੀੜ ਤੋਂ ਆਉਂਦੀ ਆ, ਕਿਤੇ ਵੀ ਦੁਨੀਆ ਦੇ ਵਿੱਚ ਹੋਵੇ, ਆਪਣੀ ਕਮਿਊਨਿਟੀ ਖਾਣਾ, ਸ਼ੈਲਟਰ, ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਨ ਲਈ ਤਿਆਰ ਹੁੰਦੀ ਆ। ਚਾਹੇ ਉਹ ਦਿੱਲੀ ਹੋਵੇ, ਚਾਹੇ ਉਹ ਸਾਊਥ ਇੰਡੀਆ ਹੋਵੇ, ਚਾਹੇ ਉਹ ਇਰਾਕ ਹੋਵੇ, ਚਾਹੇ ਸੀਰੀਆ ਹੋਵੇ, ਚਾਹੇ ਕੈਨੇਡਾ 'ਚ ਹੋਵੇ, ਚਾਹੇ ਕਸ਼ਮੀਰ ਹੋਵੇ, ਸਾਡੀ ਕਮਿਊਨਿਟੀ ਹਮੇਸ਼ਾ ਅੱਗੇ ਆਉਂਦੀ ਆ ਔਰ ਸਾਨੂੰ ਮਾਣ ਹੁੰਦਾ ਇਸ ਗੱਲ ਤੇ। ਇਸੇ ਤਰ੍ਹਾਂ ਜਿੱਥੇ ਬੱਚਿਆਂ ਦਾ ਕੋਈ ਕਾਜ਼ ਹੁੰਦਾ, ਉੱਥੇ ਵੀ ਸਾਡੀ ਕਮਿਊਨਿਟੀ ਦਾ ਬਹੁਤ ਅੱਗੇ ਉਤਸ਼ਾਹ ਦੇ ਨਾਲ ਆਉਂਦੀ ਆ। ਔਰ ਇਹਦਾ ਜਿਹੜੀ ਮਾਨਤਾ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ, ਔਰ ਸਾਡੇ ਪੰਜਾਂ ਦਰਿਆਵਾਂ ਦਾ ਜਿਹੜਾ ਪਾਣੀ ਕਹਿ ਲਓ ਪੰਜਾਬ ਦੀ ਧਰਤੀ ਤੋਂ ਇਹ ਸਾਨੂੰ ਦਿੱਤਾ ਕਿ ਹਰ ਇੱਕ ਲੋੜਵੰਦ ਵਾਸਤੇ ਹੈਲਪ ਕਰਨਾ, ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ। ਅਸੀਂ ਮਿਲੀਅਨਸ ਨੂੰ ਕੋਈ ਬੜੀ ਵੱਡੀ ਗੱਲ ਨਹੀਂ ਸਮਝਦੇ, ਇੱਕਦਮ ਕਮਿਊਨਿਟੀ ਇੰਜੈਕਟ ਕਰਕੇ ਪੈਸੇ ਦਿਨ ਬਰ ਦਿਨ। ਔਰ ਆ ਜੇ ਦੇਖਿਆ ਜਾਓ ਰੀਲੀ ਦਿਨਾਂ ਦੇ ਵਿੱਚ ਹੀ ਆ ਬਹੁਤ ਵੱਡੀ ਰਕਮ ਇੱਕ ਆਮ ਇਨਸਾਨ ਦੀ ਐਵਰੇਜ ਨੈਟਵਰਥ ਕੈਨੇਡਾ 'ਚ 2.5 ਲੱਖ ਹੈਗੀ ਆ। ਇਹ ਉਹਨੂੰ 10 ਗੁਣਾ ਵੱਧ ਇੱਕ ਪਰਿਵਾਰ ਨੂੰ, ਇੱਕ ਬੱਚੇ ਵਾਸਤੇ ਇੰਨੇ ਛੋਟੇ ਜਿਹੇ ਟਾਈਮ। ਔਰ ਬੜੇ ਕਾਮਨ ਐਵਰੇਜ ਫੈਮਿਲੀ ਹੈਗੀ ਹੈ, ਕੋਈ ਇਹ ਨਹੀਂ ਕਿ ਬਹੁਤ ਕੋਈ ਐਕਟਰ ਦਾ ਬੱਚਾ ਜਾਂ ਕੋਈ ਬੜੇ ਸੈਲੀਬ੍ਰਿਟੀ ਦਾ ਬੱਚਾ, ਇਹ ਸਾਡੀ ਕਮਿਊਨਿਟੀ ਦਾ ਬੱਚਾ। ਔਰ ਕਮਿਊਨਿਟੀ ਨੇ ਬਹੁਤ ਉਤਸ਼ਾਹ ਦਿੱਤਾ, ਜਿਵੇਂ ਤੁਹਾਡੇ ਟੀਵੀ ਸਟੇਸ਼ਨ ਨੇ ਨੀਰੂ ਬਾਜਵਾ ਉਹਨਾਂ ਨੇ ਕੀਤਾ, ਇਸ ਤਰ੍ਹਾਂ ਬਹੁਤ ਪਬਲਿਸਿਟੀ ਦੇ ਕੇ। ਔਰ ਟੈਕਨੋਲੋਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ, GoFundMe ਪੇਜ ਵਰਗੇ, ਜਿਹਨੀ ਲੋੜਵੰਦਾਂ ਵਾਸਤੇ ਇੱਕ ਪਲੇਟਫਾਰਮ ਦੇ ਦਿੱਤਾ ਕਿ ਈਜ਼ੀਲੀ ਤੁਸੀਂ ਦੇ ਸਕਦੇ ਆ ਇੱਥੇ ਪੈਸਾ। ਉਹ ਬਹੁਤ ਵਧੀਆ ਚੀਜ਼ ਹੈਗੀ ਆ। ਬਿਲਕੁਲ। $2.8 ਮਿਲੀਅਨ ਜਿਹੜਾ ਹੈਗਾ ਕਹਿ ਦੇਣਾ ਹੀ ਸੌਖਾ ਹੈਗਾ ਆ, ਪਰ ਇੱਕ ਬਹੁਤ ਵੱਡੀ ਅਮਾਉਂਟ ਹੈਗੀ ਆ ਜਿਹੜੀ ਚਾਹੀਦੀ ਹੈਗੀ ਆ। ਸੋ ਅਮਰੀਕਨ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਦੇ ਕਿ 2 ਮਿਲੀਅਨ ਜਿਹੜਾ ਅਮਰੀਕਨ ਹੈਗਾ ਤੇ ਲਗਭਗ 3 ਮਿਲੀਅਨ ਬਣ ਜਾਂਦਾ ਹੈਗਾ ਆ ਕੈਨੇਡੀਅਨ ਜਿਹੜੇ ਉਹਨਾਂ ਨੂੰ ਚਾਹੀਦੇ ਹੈਗੇ। ਇੱਕ ਵੱਡੀ ਅਮਾਉਂਟ ਹੈਗੀ ਆ। ਸੋ ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਨੂੰ ਇਸ ਤਰ੍ਹਾਂ ਦੀ ਕੋਈ ਡੀਲ ਕਰਨੀ ਚਾਹੀਦੀ ਹੈ, ਜਾਂ ਅਮਾਉਂਟ ਘੱਟ ਕਰਵਾਉਣੀ ਚਾਹੀਦੀ ਹੈ, ਜਾਂ ਕੁਝ ਇਦਾਂ ਦੀ ਕੋਈ ਡੀਲ ਉਹਨਾਂ ਕੰਪਨੀਆਂ ਦੇ ਨਾਲ ਕਰਨੀ ਚਾਹੀਦੀ ਹੈ ਜੇ ਲੋੜ ਪਵੇ? ਕਿਉਂਕਿ ਮੈਂ ਇਹ ਵੀ ਸੁਣਿਆ ਹੈਗਾ ਕਿ ਬਹੁਤ ਘੱਟ ਲੋਕ ਬੱਚਿਆਂ ਨੂੰ ਇਹ ਬਿਮਾਰੀ ਹੁੰਦੀ ਹੈ ਤੇ ਬਹੁਤ ਘੱਟ ਡਿਮਾਂਡ ਕਰਕੇ ਇੱਥੇ ਜਿਹੜਾ ਕੰਟਰੈਕਟ ਨਹੀਂ ਕੀਤਾ ਜਾਂਦਾ, ਪਰ ਫਿਰ ਵੀ ਹੁਣ ਚਾਂਸਸ ਹੈਗੇ ਨੇ ਕਿ ਬੱਚਿਆਂ ਨੂੰ ਹੋ ਰਹੀ ਹੈ ਬਿਮਾਰੀ। ਹੁਣ SMA2 ਦਾ ਇੱਕ ਬੱਚਾ ਵਿਲਮਿੰਟਨ ਦੇ ਵਿੱਚ ਇੱਕ ਖਬਰ ਆਈ ਸੀਗੀ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ, ਤੇ ਗਵਰਨਮੈਂਟ ਕੀ ਹੁਣ ਉਹਨਾਂ ਨੂੰ ਚਾਹੀਦਾ ਨਹੀਂ ਕਿ ਇਦਾਂ ਦੀ ਕੋਈ ਚੀਜ਼ ਲੈ ਕੇ ਆਉਣ ਸਾਹਮਣੇ, ਜਾਂ ਕੋਈ ਕੰਟਰੈਕਟ ਕੀਤਾ ਜਾਵੇ? ਸ਼ੋਰ। ਸੋ ਜਿਹੜੇ ਇਹ ਕ੍ਰਿਟੀਕਲ ਇਲਨੈਸ ਹੈਗੀਆਂ ਜਿਹੜੀ ਬਹੁਤ ਰੇਅਰ ਆ, ਇਹਨਾਂ 'ਚ ਅਨਫੋਰਚੂਨੇਟਲੀ ਇਹ ਪ੍ਰੋਬਲਮ ਹੁੰਦੀ ਜਿੱਦਾਂ ਤੁਸੀਂ ਕਿਹਾ ਲੱਖਾਂ ਜਾਂ ਮਿਲੀਅਨ ਮਗਰ ਇੱਕ ਬੱਚਾ ਹੁੰਦਾ। ਇਸ ਕਰਕੇ ਜੋ ਡਰੱਗ ਮੈਨੂਫੈਕਚਰਿੰਗ ਦਾ ਇਲਾਜ ਬਣਾਉਣ ਲਈ ਮਿਲੀਅਨਸ ਖਰਚ ਲੈਂਦਾ ਆ, ਕਈ ਵਾਰੀ $1 ਬਿਲੀਅਨ ਵੀ ਇੱਕ ਦਵਾਈ ਬਣਾਉਣ 'ਚ ਉਹ ਖਰਚ ਲੈਂਦਾ। ਸੋ ਉਹਨਾਂ ਨੂੰ ਰਿਟਰਨ ਆਉਣ ਲਈ ਬੜਾ ਮੁਸ਼ਕਿਲ ਹੈ, ਕਿਉਂਕਿ ਉਹ ਜੇ ਵਰਲਡ ਵਾਈਡ ਵੀ ਉਹਨਾਂ ਕੋਲ 100 ਕੇਸ ਸਾਲ ਦਾ ਹੋਊਗਾ ਜਾਂ 10 ਕੇਸ ਹੋਣਗੇ ਜਾਂ 50, ਬਹੁਤ ਥੋੜੇ ਆ। ਪਰ ਉਹਦੇ ਵਾਸਤੇ ਤਦੇ ਅਸੀਂ ਯੂਨੀਵਰਸਿਟੀਜ਼ ਨੂੰ ਫੰਡਿੰਗ ਦਿੰਦੇ ਆ ਕਿ ਜੇ ਯੂਨੀਵਰਸਿਟੀ ਡਿਵੈਲਪ ਕਰੇ, ਉਹਦਾ ਕੋਈ ਪ੍ਰਾਈਵੇਟ ਸੈਕਟਰ 'ਚ ਨਹੀਂ ਖਰਚ ਹੁੰਦਾ। ਦੂਸਰੀ ਗੱਲ, ਰਲ ਕੇ ਅਸੀਂ ਜਦੋਂ ਅਪਰੂਵਲ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਕਰਦੇ ਕਿ ਉਹ ਡਰੱਗ ਕਾਸਟ ਦੀ ਖਰਚ ਹੋਰ ਵੀ ਲੋਅਰ ਹੋਵੇ। ਅਸੀਂ ਐਜ਼ ਏ ਫੈਡਰਲ ਗਵਰਨਮੈਂਟ ਨੇ ਪਿਛਲੇ 2 ਸਾਲਾਂ 'ਚ ਕੀਤਾ ਕਿ ਹੁਣ ਡਰੱਗ ਬਾਇੰਗ ਅੱਗੇ ਸੂਬਾ ਬਾਈ ਸੂਬਾ ਲੈਂਦਾ ਹੁੰਦਾ ਸੀ, ਹੁਣ ਸਾਰੀ ਕੰਟਰੀ ਇਕੱਠੀ ਲੈਵੇ ਡਰੱਗਸ, ਉਹਨਾਂ ਕਾਸਟ ਹੋਰ ਵੀ ਲੋਅਰ ਹੋ ਜਾਏਗੀ। ਫੋਰ ਐਗਜ਼ਾਮਪਲ ਜਦੋਂ ਇਹ ਅਪਰੂਵ ਹੋ ਜਾਏਗੀ, ਸਾਵੇਂ ਜੇ ਸਾਲ 'ਚ 20 ਇੰਜੈਕਸ਼ਨ ਵੀ ਹੁੰਦੇ ਆ, ਸਾਵੇਂ BC ਨੇ 2 ਲੈਣੇ ਆਪਣੇ ਆਪ, ਉਹਨਾਂ ਨੂੰ ਪ੍ਰਾਈਸ ਕੋਈ ਬ੍ਰੇਕ ਨਹੀਂ ਦੇਣੀ। ਪਰ ਜੇ ਸਾਰਾ ਕੈਨੇਡਾ ਕਹੇ ਵੀ ਅਸੀਂ ਜੇ ਲੈਣਾ ਅਸੀਂ 20 ਤੁਹਾਡੇ ਪਹਿਲਾਂ ਐਡਵਾਂਸ 'ਚ ਲੈ ਲੈਂਦੇ ਹਾਂ, ਉਹਦਾ ਬ੍ਰੇਕ ਮਿਲਿਆ ਕਰੂਗਾ। ਉਹ ਟਾਈਪ ਆਫ ਕੋਸ਼ਿਸ਼ ਹੈਗੀ ਹੈ ਸਾਡੀ। ਔਰ ਇਹ ਵੀ ਇੱਕ ਥਾਟ ਪ੍ਰੋਸੈਸ ਹੈਗਾ ਕਿ ਅਸੀਂ ਇੱਕ ਫੰਡ ਕੀਤਾ ਜਾਵੇ ਕਿ ਜਿਹੜੇ ਇੱਦਾਂ ਦੀਆਂ ਰੇਅਰ ਡਿਜ਼ੀਜ਼ਸ ਹੈਗੀਆਂ, ਜਿਨ੍ਹਾਂ ਜਿਵੇਂ ਹੁਣ ਡਾਇਬੀਟੀਜ਼ ਜਾਂ ਹਾਰਟ ਡਿਜ਼ੀਜ਼, ਉਹ ਤਾਂ ਬਹੁਤ ਮੈਸ ਪ੍ਰੋਡਿਊਸ ਦਵਾਈ ਹੁੰਦੀਆਂ, ਔਰ 10 ਸਾਲ ਬਾਅਦ 15 ਸਾਲ ਦਾ ਪੈਟੈਂਟ ਵੀ ਲੈ ਜਾਂਦਾ, ਫਿਰ ਉਹ ਜੈਨਰਿਕ ਡਰੱਗ ਬੜੀ ਹੋਰ ਵੀ ਸਸਤੀ ਹੋ ਜਾਂਦੀ। ਪਰ ਜਿਹੜੀਆਂ ਇਹ ਰੇਅਰ ਟਾਈਪ ਡਰੱਗਸ ਆ, ਇਹਨਾਂ ਵਾਸਤੇ ਕੋਈ ਪ੍ਰੋਗਰਾਮ ਕੀਤਾ ਜਾਵੇ। ਆਈ ਥਿੰਕ ਇਹ ਵੈਰੀ ਇੰਪੋਰਟੈਂਟ ਚੀਜ਼ ਹੈ, ਔਰ ਤੇ ਧਿਆਨ ਕੀਤਾ ਜਾਣਾ ਚਾਹੀਦਾ। ਸਾਡੀ ਕਮਿਊਨਿਟੀ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰੀ ਇਦਾਂ ਦਾ ਕੇਸ ਸਾਹਮਣੇ ਆਇਆ ਹੈਗਾ, ਕਿਉਂਕਿ ਹੋਰ ਕਮਿਊਨਿਟੀਜ਼ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਇਹੋ ਜਿਹੀਆਂ ਗੱਲਾਂ। ਸੋ ਜੋ ਇੱਕ ਵੈਨਕੂਵਰ ਦੇ ਵਿੱਚ ਇਹੋ ਜਿਹੀ ਫੈਮਿਲੀ ਹੈਗੀ ਹੈ, ਉਹਨਾਂ ਦੀ ਬੱਚੀ ਥੋੜੀ ਜਿਹੀ ਵੱਡੀ ਆ, ਉਹਨਾਂ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ। ਸੋ ਉਹ ਵੀ ਫੰਡ ਰੇਜ਼ ਕਰਕੇ ਉਹ ਕਰ ਰਹੇ ਹੈਗੇ ਨੇ ਕਿ ਦਵਾਈ ਮੰਗਾਈ ਜਾਵੇ। ਸੋ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਆਉਂਦੀ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਪਹਿਲੀ ਵਾਰ ਸੁਣਿਆ ਆ ਬਿਮਾਰੀ ਦਾ ਨਾਂ ਹੀ, ਅਸੀਂ ਕਈਆਂ ਨੇ ਪਹਿਲੀ ਵਾਰ ਸੁਣਿਆ ਕਿ ਇਦਾਂ ਦੀ ਵੀ ਕੋਈ ਬਿਮਾਰੀ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਆਰੀਅਨ ਦੇ ਮਾਪਿਓ ਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਪਹਿਲਾਂ ਉਹ ਠੀਕ ਠਾਕ ਸੀ, ਬਿਲਕੁਲ ਠੀਕ ਸੀ। ਸੋ ਉਸ ਤੋਂ ਬਾਅਦ ਜਿਹੜੇ ਸਿੰਪਟਮਸ ਆਉਣ ਲੱਗੇ ਤੇ ਉਸ ਤੋਂ ਬਾਅਦ ਡਿਸਕਵਰ ਹੋਇਆ ਕਿ ਇਹ ਬਿਮਾਰੀ ਹੈ ਇਹਨਾਂ ਨੂੰ। ਤੇ ਉਸ ਬਿਮਾਰੀ ਦੇ ਲਈ ਜਿਹੜਾ ਕੈਨੇਡਾ ਹੈਗਾ ਆ, ਜਿਵੇਂ ਦੀ ਹਸਪੀਟਲ ਹੈਗੇ ਆ, ਆਲਰੇਡੀ ਥੋੜੀ ਬਹੁਤ ਜਿਹੜੀ ਟ੍ਰੀਟਮੈਂਟ ਉਹਨੂੰ ਦੇ ਰਹੇ ਹੈਗੇ ਆ, ਵੀਕਲੀ ਟ੍ਰੀਟਮੈਂਟ ਦੇ ਰਹੇ, ਉਹ ਵੀ ਬਹੁਤ ਮਹਿੰਗੀ ਹੈ।
ਹਾਂਜੀ ਜ਼ਰੂਰ ਹੋਣੀ ਆ, ਮੈਂ ਉਹਦਾ ਜਾਣੂ ਨਹੀਂ ਹੈਗਾ, ਪਰ ਇਦਾਂ ਦੇ ਜਿਹੜੇ ਰੇਅਰ ਡਿਜ਼ੀਜ਼ ਹੈ ਕਿਉਂਕਿ ਉਹਨਾਂ ਦੇ ਐਕਸਪਰਟ ਵੀ ਡਾਕਟਰ ਬਹੁਤ ਥੋੜੇ ਹੁੰਦੇ ਆ, ਅਗਾਂਹ ਜਿਹੜੇ ਥੈਰੇਪਿਸਟ ਆ ਜਾਂ ਨਰਸਿਸ ਆ ਉਹ ਵੀ ਬਹੁਤ ਹਾਈਲੀ ਸਪੈਸ਼ਲਾਈਜ਼ ਚਾਹੀਦੇ, ਸੋ ਆਲਰੇਡੀ ਉਹਦਾ ਟ੍ਰੀਟਮੈਂਟ ਦਾ ਕਾਸਟ ਬਹੁਤ ਹੁੰਦਾ, ਔਰ ਜਦੋਂ ਇਦਾਂ ਦੀ ਡਰੱਗ ਹੁੰਦੀ ਆ ਉਹਦਾ ਹੋਰ ਚੈਲੰਜ ਵੀ ਹੁੰਦਾ ਕਿਉਂਕਿ ਉਹ ਜਿਵੇਂ ਮੈਂ ਕਿਹਾ ਮੈਡੀਸਿਨ ਅਜੇ ਰੇਅਰ ਆ, ਦੂਸਰੀ ਉਹ ਟੈਸਟਡ ਨਹੀਂ ਹੈਗੀ, ਇਹਨਾਂ ਚੀਜ਼ਾਂ ਦੀ ਪ੍ਰੋਬਲਮ ਵੀ ਚੈਲੰਜ ਹੁੰਦੀ ਆ, ਸੋ ਸਾਨੂੰ ਖਿਆਲ ਰੱਖਣਾ ਪੈਂਦਾ ਉਸ ਗੱਲ ਦਾ। ਜੀ ਬਿਲਕੁਲ, ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਮਿਊਨਿਟੀ 'ਚ ਪਹਿਲੀ ਵਾਰ ਹੈਗਾ ਆ, ਤੇ ਜਿਵੇਂ ਤੁਹਾਨੂੰ ਕੋਈ ਅਪਰੋਚ ਕਰਦਾ ਹੈਗਾ ਆ, ਜਾਂ ਜਿਵੇਂ ਹੁਣ ਤੁਸੀਂ ਮਿਨਿਸਟਰ ਹੈਗੇ ਹੋ ਤੇ ਤੁਹਾਨੂੰ ਤੁਸੀਂ MP ਹੈਗੇ ਹੋ ਤੇ ਤੁਹਾਨੂੰ ਆ ਕੇ ਅਪਰੋਚ ਕਰਦੇ ਆ ਕਿ ਸਾਡੀ ਹੈਲਪ ਕੀਤੀ ਜਾਵੇ, ਤਾਂ ਤੁਸੀਂ ਗਵਰਨਮੈਂਟ ਨੂੰ ਕੋਈ ਲੈਟਰ ਜਾਂ ਕੁਝ ਇਦਾਂ ਦੀ ਉਹਨਾਂ ਨੂੰ ਸੁਜੈਸਟ ਕਰ ਸਕਦੇ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਹੁਣ ਇਦਾਂ ਦੇ ਕੇਸਿਸ ਆਉਣ ਲੱਗ ਗਏ ਹੈਗੇ ਆ ਤੇ ਸਾਨੂੰ ਮਦਦ ਦੀ ਲੋੜ ਹੈਗੀ। ਬਿਲਕੁਲ, ਸੋ ਯੂਜੂਅਲੀ ਜਨਰਲੀ ਅਸੀਂ ਕਰਦੇ ਹੁੰਦੇ ਕਿ ਜੇ ਇਹਦੀ ਕੋਈ ਸੁਸਾਇਟੀ ਹੈਗੀ ਜਿੱਦਾਂ ਮਸਕੂਲਰ ਡਿਸਟ੍ਰੋਫੀ ਦੀ ਜਿਹੜੀ ਕੋਈ ਹੈਗੀ ਹੈ, ਉਹ ਸਾਨੂੰ ਫਿਰ ਸਟੈਟਸ ਦੱਸ ਸਕਦੀ ਹੈ ਨਾ, ਕਿਉਂਕਿ ਇੱਕ ਮਾਂ ਪਿਓ ਨੂੰ ਤਾਂ ਨੌਲੇਜ ਉਨੀਕ ਹੁੰਦੀ ਆ, ਉਹਨਾਂ ਨੂੰ ਆਪਣੇ ਬੱਚੇ ਦਾ ਪਤਾ, ਉਹਨਾਂ ਵਾਸਤੇ ਉਹੀ ਸਭ ਤੋਂ ਪ੍ਰੈਸ਼ੀਅਸ ਚੀਜ਼ ਹੁੰਦੀ ਆ, ਉਹਨਾਂ ਤੋਂ ਫਿਰ ਸੁਸਾਇਟੀ ਤੋਂ ਸਾਨੂੰ ਪਤਾ ਲੱਗ ਜਾਂਦਾ ਕਿੰਨੇ ਕੇਸ ਹੈ ਕੈਨੇਡਾ 'ਚ, ਕੀ ਚੈਲੰਜ ਹੈ ਉਹ ਡਰੱਗ ਨੂੰ ਲਿਆਉਣ ਵਾਸਤੇ। ਕਈ ਵਾਰੀ ਇਹ ਬਹੁਤ ਵੱਡਾ ਚੈਲੰਜ ਹੁੰਦਾ ਸਾਡੇ, ਜਦੋਂ ਮੈਂ ਪਹਿਲਾਂ ਇਲੈਕਟ ਹੋਇਆ ਕਿ ਕਈ ਬੱਚਿਆਂ ਨੂੰ ਇੱਕ ਦਵਾਈ US ਸੀਗੀ ਉਹ ਇੱਥੇ ਕੈਨੇਡਾ ਅਪਰੂਵ ਨਹੀਂ ਸੀ, ਉਹ ਫਿਰ ਹੈਲਥ ਪਰਮਿਟ ਲੈਣਾ ਪੈਂਦਾ ਉਸ ਦਵਾਈ ਨੂੰ ਲਿਆਉਣ ਵਾਸਤੇ, ਸੋ ਉਹ ਚੈਲੰਜ ਹੁੰਦਾ। ਕਈ ਵਾਰੀ ਉਹ ਇਕੱਲੀ ਉਹੀ ਪ੍ਰੋਬਲਮ, ਕਈ ਵਾਰੀ ਹੁੰਦੀ ਵੀ ਟਰਾਇਲ ਉਹਨਾਂ ਨੂੰ ਸਪੇਸ ਨਹੀਂ ਮਿਲਿਆ ਜਾਂ ਕੈਨੇਡਾ ਨੇ ਜੇ ਅਪਰੂਵ ਨਹੀਂ ਕੀਤਾ, ਕਈ ਵਾਰੀ ਹੁੰਦਾ ਕਿ ਉਹ ਨਹੀਂ ਅਪਲਾਈ ਹੀ ਨਹੀਂ ਕੀਤਾ, ਸੋ ਦਵਾਈ ਵਾਲਿਆਂ ਨੇ ਅਪਲਾਈ ਨਹੀਂ ਕੀਤਾ, ਉਹਦੇ ਵਾਸਤੇ ਸਾਨੂੰ ਬਹੁਤ ਚੈਲੰਜ ਹੈ ਕਿਉਂਕਿ ਅਸੀਂ ਫੋਰਸ ਨਹੀਂ ਕਿਸੇ ਨੂੰ ਕਰ ਸਕਦੇ ਕਿ ਤੁਸੀਂ ਆਪਣੀ ਕੈਨੇਡੀਅਨ ਅਪਰੂਵਲ ਲੈ ਕਰੋ, ਉਹਦੇ ਇਨਕਰੇਜ ਕਰਨਾ ਪੈਂਦਾ। ਉਹ ਵੀ ਕਈ ਵਾਰੀ ਕਹਿੰਦੇ ਸਾਡੇ ਕੋਲ ਇੰਨੇ ਹੀ ਸਾਇੰਟਿਸਟ ਆ, ਅਸੀਂ ਪਹਿਲਾਂ ਯੂਰਪ ਦਾ ਤਾਂ US ਦੀ ਅਪਰੂਵਲ ਲੈਣੀ ਆ, ਉਹ ਜਦੋਂ ਹੋ ਗਈ ਫਿਰ ਅਸੀਂ ਕੈਨੇਡਾ ਕਰਾਂਗੇ। ਸੋ ਇਹ ਟਾਈਪ ਚੈਲੰਜਸ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਜਿੰਨਾ ਵੀ ਅਸੀਂ ਫਾਸਟ ਟਰੈਕ ਹੋ ਸਕੇ ਜਿੰਨੀ ਅਸੀਂ ਸਪੋਰਟ ਦੇ ਸਕਦੇ, ਪਰ ਕਦੇ ਵੀ ਕੋਈ ਇੱਦਾਂ ਦਾ ਕੇਸ ਹੋਇਆ ਇਹ ਵੀ ਫੈਮਿਲੀ ਨੂੰ, ਮੈਨੂੰ ਇੰਡੀਆ ਤੋਂ ਫੋਨ ਆਇਆ ਕਿਸੇ ਦਾ ਵੀ ਇਹਦੀ ਜ਼ਰੂਰ ਮਦਦ ਕਰੋ, ਤੇ ਮੈਂ ਕੱਲ੍ਹ ਹੀ ਅਜੇ ਆਇਆ ਤੇ ਮੈਂ ਉਹਨਾਂ ਨਾਲ ਅੱਜ ਲੱਕਲੀ ਮਿਲ ਪਿਆ ਉਹਨਾਂ ਨੂੰ, ਤਾਂ ਇਹ ਚੀਜ਼ ਵੀ ਜੋ ਵੀ ਅਸੀਂ ਕੋਈ ਚੀਜ਼ ਦੀ ਹੈਲਪ ਕਰ ਸਕਦੇ ਅਸੀਂ ਜ਼ਰੂਰ ਉੱਥੇ ਕਰਾਂਗੇ। ਬਿਲਕੁਲ, ਅੱਜ ਅਸੀਂ ਵੀ ਇੱਥੇ ਉਹਨਾਂ ਦੇ ਮਾਂ ਬਾਪ ਵੀ ਮੌਜੂਦ ਹੈਗੇ, ਆਰੀਅਨ ਵੀ ਖੁਦ ਮੌਜੂਦ ਹੈਗਾ ਆ ਇੱਥੇ, ਅਸੀਂ ਫੰਡ ਰੇਜ਼ ਵੀ ਕਰ ਰਹੇ ਹਾਂ, ਟੈਂਟਸ ਲੱਗੇ ਹੋਏ ਨੇ ਬਾਹਰ ਸਟੂਡੀਓ ਦੇ ਬਾਹਰ ਜਿਹੜੇ ਹੈ, ਜੇ ਤੁਸੀਂ ਡੋਨੇਸ਼ਨ ਕਰਨੀ ਆ ਤਾਂ ਆ ਸਕਦੇ ਹੈਗੇ ਆ। ਕਮਿਊਨਿਟੀ ਆ ਰਹੀ ਹੈਗੀ ਆ, ਅੱਗੇ ਆ ਰਹੀ ਹੈਗੀ, ਮੈਨੂੰ ਲੱਗਦਾ ਅੱਜ ਕੱਲ੍ਹ ਦੇ ਵਿੱਚ ਗੋਲ ਵੀ ਪੂਰਾ ਹੋ ਜਾਣਾ ਹੈਗਾ ਆ। ਤੇ ਨਾਲ ਨਾਲ ਹੁਣ ਤੁਸੀਂ ਗੱਲ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਨੇ, ਤੇ ਕੈਨੇਡਾ ਦੇ ਵਿੱਚ ਯੂਨੀਵਰਸਲ ਫਾਰਮਾ ਕੇਅਰ ਹੈਗਾ, ਕਹਿ ਸਕਦੇ ਹਾਂ ਕਿ ਇਹ ਸਾਨੂੰ MSP ਦੇ ਅਧੀਨ ਸਾਨੂੰ ਕੁਝ ਪੇ ਨਹੀਂ ਕਰਨਾ ਪੈਂਦਾ, ਮੈਡੀਕਲ ਸਾਡੇ ਕਵਰ ਹੋ ਜਾਂਦੇ ਆ। US ਦੇ ਵਿੱਚ ਡਿਫਰੈਂਟ ਹੈਗਾ ਆ, ਉੱਥੇ ਕਵਰ ਨਹੀਂ ਹੈਗਾ। ਸੋ ਮੈਨੂੰ ਲੱਗਦਾ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਹੈਗੀਆਂ ਨੇ ਕਿ ਜਿਹੜੀਆਂ ਕੰਪਨੀਆਂ ਨੇ ਉਹ ਜਿਵੇਂ ਕੈਨੇਡਾ ਦੇ ਵਿੱਚ ਜਦੋਂ ਦਵਾਈ ਇੰਪੋਰਟ ਕਰਨੀ ਹੈ ਤਾਂ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਨੇ ਕਿ ਉੱਥੇ ਕਾਸਟ ਜ਼ਿਆਦਾ ਹੈ, ਇੱਥੇ ਘੱਟ ਹੈ। ਸੋ ਐਕਚੁਅਲੀ US 'ਚ ਕਾਸਟ ਜ਼ਿਆਦਾ ਹੈ, ਈਵਨ ਉਹਨਾਂ ਦੇ ਪ੍ਰਧਾਨ ਮੰਤਰੀ ਡੋਨਲਡ ਟਰੰਪ ਨੇ ਹੁਣੀ ਕੱਲ ਪਰਸੋਂ ਹੀ ਐਲਾਨ ਕੀਤਾ ਕਿ ਅਮਰੀਕਨ ਕੈਨੇਡਾ 'ਚੋਂ ਆ ਕੇ ਡਰੱਗ ਲੈ ਸਕਦੇ। ਉਹ ਐਕਚੁਅਲੀ ਸਾਡੇ ਲਈ ਕਾਫੀ ਇੱਕ ਖਿਆਲ ਰੱਖਣ ਵਾਲੀ ਚੀਜ਼ ਹੁੰਦੀ ਹੈ ਕਿਉਂਕਿ ਜੇ ਉਹ ਜ਼ਿਆਦਾ ਲੈਣ ਲੱਗ ਪਣ ਤਾਂ ਫਿਰ ਸਾਡੀ ਡਰੱਗਸ ਮੁੱਕ ਸਕਦੀਆਂ ਔਰ ਸ਼ੋਰਟੇਜ ਹੋ ਸਕਦੀ ਆ। ਸੋ ਕੈਨੇਡਾ ਦੀ ਐਕਚੁਅਲੀ ਕਾਸਟ ਡਰੱਗਸ ਦੀ ਬਹੁਤ ਲੋਅਰ ਹੈ ਕਿਉਂਕਿ ਅਸੀਂ ਸੂਬਾ ਬਾਈ ਸੂਬਾ ਅੱਗੇ ਬਾਏ ਕਰਦੇ ਸੀ, ਹੁਣ ਹੋਰ ਵੀ ਘਟਾਇਆ ਗਿਆ ਖਰਚ। ਗੋਲ ਹੈ ਕਿ $6 ਬਿਲੀਅਨ ਸਾਲ ਦਾ, 2 ਤੋਂ 6 ਬਿਲੀਅਨ ਸਾਡਾ ਕਾਸਟ ਸੇਵਿੰਗ ਸਿਰਫ ਹੋ ਜੂਗੀ ਜਦੋਂ ਅਸੀਂ ਬਲਕ ਬਾਇੰਗ ਕਰਦੇ ਆ। ਸੋ ਪਰ ਇੱਥੇ ਇਹ ਜ਼ਰੂਰ ਹੈਗਾ ਕਿ ਸਾਡਾ ਮੈਡੀਕਲ ਟ੍ਰੀਟਮੈਂਟ ਸਾਰਿਆਂ ਵਾਸਤੇ ਬਰਾਬਰ ਆ। ਜਿਹੜੀਆਂ ਇਹ ਚੀਜ਼ਾਂ ਹਜੇ ਵੀ ਸਾਡੇ ਕਦੇ ਕਦੇ ਚੈਲੰਜ ਆਉਂਦੇ, ਜਿਹੜੇ ਰੇਅਰ ਬਿਮਾਰੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਹਜੇ ਅਪਰੂਵਲ ਨਹੀਂ ਹੈਗੀ, ਜਿੱਥੇ ਸਾਨੂੰ ਹੋਰ ਜੁਰਿਸਡਿਕਸ਼ਨ ਤੋਂ ਲਿਆਉਣਾ ਪੈਂਦਾ ਟਰਾਇਲ ਜਾਂ ਟੈਸਟਿੰਗ ਵਾਸਤੇ, ਉਹਦੇ ਲਈ ਫਿਰ ਇੱਦਾਂ ਹੀ ਭਾਈਚਾਰੇ ਤੋਂ ਸਪੋਰਟ ਲੈ ਕੇ ਜਾਂ ਜਿਹੜੀਆਂ ਵੱਡੀਆਂ ਕਈ ਆਰਗੇਨਾਈਜੇਸ਼ਨਾਂ ਉਹ ਕਰ ਦਿੰਦੀਆਂ ਫੰਡ, ਇੱਦਾਂ ਹੀ ਕਰਕੇ ਸਾਨੂੰ ਕਰਨਾ ਪੈਂਦਾ ਆ। ਬਿਲਕੁਲ, ਤੇ ਅੱਜ ਅਸੀਂ ਸਾਰੇ ਜਣੇ SMA ਦੇ ਫਾਈਟ ਕਰਨ ਦੇ ਲਈ, ਆਰੀਅਨ ਦੀ ਮਦਦ ਕਰਨ ਦੇ ਲਈ ਇੱਥੇ ਇਕੱਠੇ ਹੋਏ ਗਏ। ਨਾਲ ਨਾਲ ਜੇ ਹੁਣ ਮੈਂ ਕੋਵਿਡ ਦਾ ਵੀ ਜ਼ਿਕਰ ਕਰ ਲਵਾਂ ਤਾਂ ਅੱਜ ਅਸੀਂ ਮੋਡਰਨਾ ਦੇ ਨਾਲ ਵੀ ਡੀਲ ਕਰ ਲਈ ਹੈਗੀ ਹੈ। ਸੋ ਕੈਨੇਡਾ ਕਰ ਰਿਹਾ ਹੈਗਾ ਆ ਜੋ ਉਹਨਾਂ ਤੋਂ ਬਣਦਾ ਹੈਗਾ, ਕਿਉਂਕਿ ਵੈਕਸੀਨ ਜਿਹੜੀ ਹੈਗੀ ਆ ਉਹ ਬਣ ਰਹੀ ਹੈਗੀ ਹੈ। ਸੋ ਜਿੱਥੇ ਜਿੱਥੇ ਅਸੀਂ ਕੋਵਿਡ ਦੇ ਨਾਲ ਲੜ ਰਹੇ ਹੈਗੇ ਆ, ਉੱਥੇ ਉੱਥੇ ਅਸੀਂ ਭਾਈਚਾਰੇ ਦੇ ਲਈ ਵੀ ਅੱਗੇ ਆ ਰਹੇ ਹੈਗੇ ਆ। ਚਾਹੇ ਅਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਫੂਡ ਲਾਉਣ ਦੀ ਗੱਲ ਹੋਵੇ, ਚਾਹੇ ਕੋਵਿਡ ਦੇ ਦੌਰਾਨ ਹੈਲਪ ਕਰਨ ਦੀ ਗੱਲ ਹੋਵੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਨਹੀਂ ਚਲੀਆਂ ਗਈਆਂ, ਕਈਆਂ ਕੋਲ ਫੂਡ ਨਹੀਂ ਹੈ ਸੀ। ਸੋ ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਲੋਕ ਆ, ਇਹੀ ਲੋਕ ਉਸ ਸਮੇਂ ਵੀ ਅੱਗੇ ਆਏ ਤੇ ਹੁਣ ਇਸ ਸਮੇਂ ਅੱਗੇ ਆ ਰਹੇ ਹੈਗੇ। ਨਹੀਂ ਬਿਲਕੁਲ, ਦੇਖੋ ਆ ਸ਼ਹਿਰ ਦੇ ਵਿੱਚ ਮੈਂ ਕਹਿ ਸਕਦਾ ਕਿ ਆ ਕੋਵਿਡ ਵੇਲੇ ਕੋਈ ਮੁਸੀਬਤ ਕਦੇ ਵੀ ਆਵੇ ਤਾਂ ਮੇਰਾ ਖਿਆਲ ਕੋਈ ਵਾਂਝਾ ਨਹੀਂ ਰਹਿੰਦਾ। ਕੋਵਿਡ ਵੇਲੇ ਜਿੰਨੇ ਵੀ ਜਿਨ੍ਹਾਂ ਨੂੰ ਕੋਈ ਫਾਈਨੈਂਸ਼ੀਅਲੀ ਅਸਿਸਟੈਂਟ ਸਰਕਾਰ ਵੱਲੋਂ ਨਹੀਂ ਸੀ ਮਿਲਦੀ ਜਾਂ ਐਲੀਜੀਬਲ ਨਹੀਂ ਸੀ ਜਾਂ ਉਹਨਾਂ ਕੋਲ ਲੋੜਵੰਦ ਸੀ, ਈਵਨ ਦੋ ਗੁਰੂ ਘਰ ਵੀ ਸਾਡੇ ਕਲੋਜ਼ ਹੋਏ ਆ, ਬੰਦ ਰਹੇ ਆ, ਪਰ ਉਹਨੀ
ਸਟੂਡੈਂਟਾਂ ਵਾਸਤੇ ਜਾਂ ਟੇਕ ਅਵੇ ਵਾਸਤੇ ਖਾਣਾ, ਇੱਥੇ ਤੱਕ ਵੀ ਗਿਆ ਵੀ ਕਈ ਗਰੁੱਪਾਂ ਨੇ ਡਿਲੀਵਰ ਕੀਤਾ ਤੁਹਾਡੇ ਘਰ ਤੱਕ। ਕਈ ਕਾਰ ਡੀਲਰਸ਼ਿਪ 'ਚ ਆ, ਉਹ ਨਹੀਂ ਕਿਹਾ ਤੁਸੀਂ ਫੋਨ ਦੱਸ ਦਿਓ ਜੋ ਵੀ ਅਸੀਂ ਕਰ ਸਕਦੇ, ਤੁਹਾਨੂੰ ਨਾਂ ਵੀ ਨਹੀਂ ਦੱਸਣ ਦੀ ਲੋੜ, ਤੁਹਾਡੇ ਘਰ ਤੱਕ ਲੰਗਰ ਜਾਂ ਖਾਣਾ ਜਿੱਦਾਂ ਦਾ ਵੀ ਹੈਗਾ ਅਸੀਂ ਹਿੰਮਤ ਅਨੁਸਾਰ ਕਰ ਸਕਦੇ। ਸੋ ਸਾਡੀ ਕਮਿਊਨਿਟੀ ਹਰ ਵਾਸਤੇ ਸਹਾਇਤਾ ਕਰਦੀ ਹੈ। ਸੋ ਸਰੀ ਜਾਂ ਐਗਜ਼ਾਮਪਲ ਦੇਖੀਏ, ਈਵਨ ਸਾਡਾ ਸਭ ਤੋਂ ਲੋਅਸਟ ਇਨਕਮ ਏਰੀਆ ਜਿਹੜਾ ਜਿੱਥੇ ਸਰੀ ਸੈਂਟਰ, ਜਿੱਥੇ ਜਿਹਨੂੰ ਸਟ੍ਰਿਪ ਕਹਿੰਦੇ, ਜਿੱਥੇ ਹੋਮਲੈਸ ਸੀਗੇ, ਉੱਥੇ ਵੀ ਜੇ ਤੁਸੀਂ ਜਾਓ ਕਈ ਵਾਰੀ ਸਾਨੂੰ ਹੋਮਲੈਸ ਮਿਲਦੇ ਵੇ, ਲੋਕ ਕਹਿੰਦੇ ਸੀ ਵੇ ਸਰੀ 'ਚ ਕੋ ਭੁੱਖਾ ਨਹੀਂ ਜਾਂਦਾ, ਸਰੀ ਖਾਣਾ ਬਹੁਤ ਵਧੀਆ। ਵਾਕਿਆ ਹੀ ਮੈਂ ਪਹਿਲੀ ਵਾਰੀ ਆਇਆ ਇੱਥੇ ਖਾਣੇ ਦਾ, ਉੱਥੇ ਆਲਮੋਸਟ ਕੰਪੀਟੀਸ਼ਨ ਚੱਲਦਾ, ਲੋਕ ਜਿਹੜੇ ਕਿ ਕੋਈ ਪੀਜ਼ਾ ਲਿਆਉਂਦਾ, ਕੋਈ ਸਬਵੇ ਲਿਆਉਂਦਾ, ਲੋਕ ਦਿੰਦੇ ਆ। ਸੋ ਸਾਡੀ ਕਮਿਊਨਿਟੀ ਬਹੁਤ ਦਾਨੀ ਹੈ ਔਰ ਅਸੀਂ ਬਹੁਤ ਲੱਕੀ ਆ ਵੀ ਜਿਹੜਾ ਦੇਖੋ ਕਾਜ਼ ਆ ਓਵਰ $2 ਮਿਲੀਅਨ ਦਿਨਾਂ ਦੇ ਵਿੱਚ ਹੀ ਹੋ ਗਿਆ। ਔਰ ਐਵਰੇਜ ਲੋਕਾਂ ਕੋ ਹੋਇਆ, ਆਮ ਲੋਕਾਂ ਨੇ, ਉਹ ਆਮ ਹੀ ਲੋਕ ਹੈਗੇ ਜਿਨ੍ਹਾਂ ਦਾ ਪਰਿਵਾਰਕ ਹੈ। ਸੋ ਅਸੀਂ ਬਹੁਤ ਬਲੈਸਡ ਆ। ਔਰ ਮੈਂ ਜਿੰਨੇ ਵੀ ਤੁਹਾਡੇ ਦੇਖ ਰਹੇ ਆਡੀਅנס ਨੂੰ ਮੈਂ ਕਹਿ ਰਿਹਾ ਕਿ ਜਿੰਨਾ ਵੀ ਕਰ ਸਕਦਾ, $5, $10, $20, $100 ਜਿੰਨਾ ਵੀ ਕਰ ਸਕਦੇ, ਜਦੋਂ ਅਸੀਂ ਸਾਰੇ ਰਲ ਮਿਲ ਕੇ ਕਰਦੇ ਆ ਉਹ ਮਿਲੀਅਨਸ ਬਣ ਜਾਂਦੇ ਆ। ਸੋ ਇਹ ਨਾ ਕਦੇ ਸੋਚੋ ਵੀ ਬਹੁਤ ਵੱਡਾ ਅਮਾਊਂਟ ਆ ਸਾਡੇ ਕੋਲ ਕਰ ਨਹੀਂ ਹੋਣਾ। ਇਹ ਇੱਕ ਉਹਨਾਂ ਪੇਰੈਂਟਸ ਲਈ ਵੀ ਮੈਂ ਕਹਿੰਦਾ ਜਿਹੜੇ ਪੇਰੈਂਟਸ ਅੱਗੇ ਸ਼ਾਇਦ ਸੰਗਦੇ ਹੋਊਗੇ, ਜਦੋਂ ਉਹਨਾਂ ਦੇ ਕਦੇ ਮੁਸੀਬਤ ਆਈ, ਉਹਨਾਂ ਨੂੰ ਵੀ ਇਹ ਹੋਣਾ ਚਾਹੀਦਾ ਹੌਸਲਾ ਕਿ ਸਾਡੀ ਕਮਿਊਨਿਟੀ ਦੇ ਜੇ ਤੁਸੀਂ ਆਓ ਤਾਂ ਜਿਹੜਾ ਭਾਈਚਾਰਾ ਉਹ ਜ਼ਰੂਰ ਇਕੱਠੇ ਹੋ ਕੇ ਇਹ ਕਰਦਾ। ਔਰ ਮੈਂ ਬੱਚੇ ਦਾ ਵੀ ਕਹਿਣਾ, ਇਹਦੇ ਕੋਈ ਨਛੱਤਰ ਬਹੁਤ ਤੇਜ਼ ਹੈ ਜਿਹਨੇ ਸਾਰੀ ਕਮਿਊਨਿਟੀ ਇਕੱਠੀ ਕਰ ਦਿੱਤੀ ਔਰ ਬਹੁਤ ਜਲਦੀ ਆਪਣੀ ਸਹਾਇਤਾ ਵਾਸਤੇ ਕੀਤੀ। ਜੀ ਲੱਗਦਾ ਹੈ ਕਿ ਕਮਿਊਨਿਟੀ 'ਚ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਕਮਿਊਨਿਟੀ ਦੇ ਲੋਕ ਸਿਰਫ ਆਪਣੇ ਬਾਰੇ ਸੋਚਦੇ ਨੇ ਜਾਂ ਆਪਣੇ ਫੈਮਲੀਆਂ ਦੇ ਵਿੱਚ ਵਿਅਸਤ ਨੇ, ਬਹੁਤ ਟਾਈਮ ਨਹੀਂ ਹੈਗਾ ਕਿਸੇ ਕੋਲ, ਪਰ ਨਹੀਂ, ਕਮਿਊਨਿਟੀ ਇੱਕ ਹੈਗੀ ਹੈ। ਸੋ ਜਿਵੇਂ ਅਸੀਂ ਪਹਿਲਾਂ ਸੋਚਦੇ ਸੀਗੇ ਕਿ ਸਾਰੇ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆਉਂਦੇ ਆ, ਦਿਲ ਬਹੁਤ ਵੱਡੇ ਹੈਗੇ ਕਮਿਊਨਿਟੀ ਦੇ ਉੱਤੇ। ਸੋ ਫਾਈਨਲ ਮੈਸੇਜ ਵੀ ਦੇ ਦਿੱਤਾ, ਪਰ ਫਿਰ ਵੀ ਇੱਕ ਵਾਰ ਕਮਿਊਨਿਟੀ ਨੂੰ ਜ਼ਰੂਰ ਕਹੋ ਕਿ ਅਸੀਂ ਜਿਹੜਾ ਹੈਗਾ ਇਹ ਗੋਲ ਜਿਹੜਾ 2.8 ਮਿਲੀਅਨ 3 ਮਿਲੀਅਨ ਤੱਕ ਦਾ ਹੈਗਾ ਉਹ ਪੂਰਾ ਕਰ ਦਈਏ। ਜ਼ਰੂਰ ਦੇਖੋ ਤੁਸੀਂ ਆਪਾਂ ਸਾਰੇ ਬੱਚਿਆਂ ਵਾਲੇ ਪਰਿਵਾਰਾਂ ਵਾਲੇ ਆ, ਸੋ ਆਪਾਂ ਜਿੰਨੀ ਵੀ ਸਹਾਇਤਾ ਕਰ ਸਕਦੇ ਇਸ ਬੱਚੇ ਵਾਸਤੇ, ਆਰੀਅਨ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ, ਉਨੀ ਥੋੜੀ ਆ। ਸਾਰੇ ਜੇ ਆਪਾਂ ਥੋੜਾ ਥੋੜਾ ਆਪਣਾ ਦਸਵੰਧ ਦੇ ਕੇ ਇਸ ਬੱਚੇ ਦੀ ਜਾਨ ਸੇਵ ਕਰ ਸਕਦੇ, ਇਹ ਤੋਂ ਕੋਈ ਵੱਡੀ ਚੀਜ਼ ਨਹੀਂ ਹੋ ਸਕਦੀ। ਸਾਡੇ ਗੋਲ ਬਹੁਤ ਨੇੜੇ ਆ, ਆਉਣ ਵਾਲੇ ਮੇਰੇ ਖਿਆਲ 5 ਘੰਟੇ ਰਹਿ ਗਏ ਇਸ ਅੱਜ ਦੇ ਦਿਨ ਤੱਕ। ਜੇ ਅਸੀਂ ਅੱਜ ਹੀ ਉਹ ਅਕਾਂਪਲਿਸ਼ ਕਰ ਦਈਏ ਤਾਂ ਬਹੁਤ ਵਧੀਆ। ਆਰੀਅਨ ਦਾ ਬਰਥਡੇ ਮੇਰੇ ਖਿਆਲ ਪਰਸੋਂ ਨੂੰ ਹੈਗਾ, ਸੋ ਉਹਨੂੰ ਪਰਸੋਂ ਤੱਕ ਜੇ ਇਹ ਪੈਸੇ ਇਕੱਠੇ ਹੋ ਜਾਣ ਤਾਂ ਪਤਾ ਹੋਊਗਾ ਉਹਦਾ ਇਲਾਜ ਸ਼ੁਰੂ ਹੋ ਜਾਊਗਾ। ਤੇ ਅਸੀਂ ਆਸ ਕਰਦੇ ਉਹਦੇ ਬਾਕੀ ਜੇ ਥੋੜੇ ਵਾਲੇ ਐਕਸਟਰਾ ਹੋਗੇ ਤਾਂ ਉਹਨਾਂ ਦੇ ਪਰਿਵਾਰ ਨੂੰ, ਕਿਉਂਕਿ ਇਹ ਜਿਹੜਾ ਟਰਾਈਂਗ ਟਾਈਮ ਹੁੰਦਾ ਹੈ, ਉਹਨਾਂ ਨੂੰ ਇੱਕਦਮ ਦਵਾਈ ਦੇ ਨਾਲ ਨਹੀਂ ਇਲਾਜ ਹੋਣਾ, ਉਹ ਸਲੋਲੀ ਹੋਣਾ। ਤਾਂ ਉਹਨਾਂ ਨੂੰ ਅਸਿਸਟੈਂਟਸ, ਫਿਜ਼ੀਓਥੈਰੇਪਿਸਟ, ਬੱਚਿਆਂ ਦੇ ਕਾਫੀ ਥੈਰੇਪਿਸਟ ਹੁੰਦੇ, ਉਹਦੀ ਵੀ ਸਹਾਇਤਾ ਉਹਨਾਂ ਨੂੰ ਮਿਲ ਜੂਗੀ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਵਾਸਤੇ ਜ਼ਰੂਰ ਸਹਾਇਤਾ ਕਰਨੀ। ਥੈਂਕ ਯੂ ਮਿਸਟਰ ਸਰਾਏ, ਤੁਸੀਂ ਟਾਈਮ ਟੂ ਟਾਈਮ ਕੱਢਿਆ ਤੇ ਕਮਿਊਨਿਟੀ ਦੇ ਨਾਲ ਰਹੇ ਹੈਗੇ ਆ, ਹਮੇਸ਼ਾ ਮੁੱਢੇ ਦੇ ਨਾਲ ਮੁੱਢਾ ਲਾ ਕੇ ਖੜਦੇ ਹੈਗੇ ਆ। ਸੋ ਅੱਜ ਵੀ ਤੁਸੀਂ ਆਰੀਅਨ ਦੇ ਲਈ ਆਏ ਹੈਗੇ ਆ ਤੇ ਤੁਸੀਂ ਸਾਰੀ ਇਨਫੋਰਮੇਸ਼ਨ ਵੀ ਸਾਂਝੀ ਕੀਤੀ, ਉਹਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ ਸੋ ਮਚ। ਤੁਹਾਡਾ ਔਰ ਥੈਂਕ ਯੂ ਤੁਹਾਡੇ ਸਾਰੇ ਸਟੂਡੀਓ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ। ਥੈਂਕ ਯੂ ਸੋ ਮਚ। ਬਿਲਕੁਲ, ਅਸੀਂ ਅੱਜ ਲਾਈਵ ਹੈਗੇ ਆ 9 ਵਜੇ ਤੱਕ ਇੱਥੇ ਹੀ ਹੈਗੇ ਆ ਸਟੂਡੀਓ ਦੇ ਵਿੱਚ। ਜੇ ਤੁਹਾਨੂੰ ਨਹੀਂ ਪਤਾ ਕਿ ਐਡਰੈਸ ਕਿੱਥੇ ਆ, ਅਸੀਂ ਕਿੱਥੇ ਆ, ਤਾਂ ਤੁਸੀਂ 13302 76 ਐਵੇਨਿਊ BNB ਟਰਸਟ ਸਾਂਝਾ TV ਸਟੂਡੀਓ ਇੱਥੇ ਆ ਸਕਦੇ ਹੈਗੇ ਆ। ਤੇ ਅੱਜ ਸ਼ਾਮ ਤੱਕ ਨੀਰੂ ਬਾਜਵਾ ਇੱਥੇ ਹੋਣਗੇ ਤੇ ਨਾਲ ਗਗਨਪ੍ਰੀਤ ਤੇ ਹਰਪ੍ਰੀਤ ਦਿਓਲ, ਆਰੀਅਨ ਦੇ ਮੰਮੀ ਡੈਡੀ, ਆਰੀਅਨ ਖੁਦ ਇੱਥੇ ਹੈ ਤੇ ਤੁਸੀਂ ਆਰੀਅਨ ਦੀ ਹੈਲਪ ਕਰ ਸਕਦੇ ਆ। ਬਾਹਰ ਸਟੂਡੀਓ ਦੇ ਤੁਸੀਂ ਦੂਰੋਂ ਹੀ ਟੈਂਟ ਦੇਖ ਸਕਦੇ ਆ ਕਿ ਟੈਂਟ ਲੱਗਿਆ। ਜੇ ਤੁਸੀਂ ਆ ਕੇ ਡੋਨੇਸ਼ਨ ਦੇਣੀ ਚਾਹੁੰਦੇ ਆ ਤਾਂ ਤੁਸੀਂ ਇੱਥੇ ਆ ਕੇ ਡੋਨੇਸ਼ਨ ਦੇ ਸਕਦੇ ਆ। ਤੇ ਨਾਲ ਜੇ ਤੁਸੀਂ ਨਹੀਂ ਆ ਸਕਦੇ, ਜੇ ਤੁਸੀਂ ਨਹੀਂ ਇੱਥੇ ਨੇੜੇ ਤੇੜੇ ਹੈਗੇ, ਦੂਰ ਬੈਠੇ ਦੇਖ ਰਹੇ ਹੈਗੇ ਆ, ਤਾਂ ਤੁਸੀਂ GoFundMe ਪੇਜ ਦੇ ਉੱਤੇ ਜਾ ਕੇ ਆਰੀਅਨ ਦੀ ਹੈਲਪ ਕਰ ਸਕਦੇ ਆ। ਸਾਡੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਸਕਰੀਨ ਦੇ ਉੱਤੇ ਆ ਰਹੀ ਹੈਗੀ, ਸਾਰੀ ਇਨਫੋਰਮੇਸ਼ਨ ਤੁਸੀਂ ਨੋਟ ਕਰਕੇ ਜਿੰਨਾ ਵੀ ਤੁਹਾਡੇ ਸਰਦਾ ਹੈਗਾ ਆ, $5, $10, ਸੋ ਐਵਰੀ ਸਿੰਗਲ ਡਾਲਰ ਮੈਟਰਸ। ਕੀ ਕਹਿੰਦੇ, ਬੂੰਦ ਬੂੰਦ ਨਾਲ ਤਾਂ ਸਾਗਰ ਵੀ ਭਰ ਜਾਂਦਾ ਹੈਗਾ ਆ। ਸੋ ਇਹ ਤਾਂ ਫਿਰ ਵੀ $3 ਮਿਲੀਅਨ ਹੈਗਾ, ਤਾਂ ਅਸੀਂ ਛੇਤੀ ਤੋਂ ਛੇਤੀ ਇਕੱਠਾ ਕਰ ਲਵਾਂਗੇ। ਜਿਸ ਤਰ੍ਹਾਂ 22 ਮਿਲੀਅਨ ਬਾਈ ਆਲਰੇਡੀ 2.2 ਮਿਲੀਅਨ ਆਲਰੇਡੀ ਹੋ ਗਿਆ ਹੈਗਾ ਆ, ਤਾਂ ਅਸੀਂ 3 ਵੀ ਛੇਤੀ ਤੋਂ ਛੇਤੀ ਕਰ ਲਵਾਂਗੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਸਪੋਰਟ ਪਹਿਲਾਂ ਤੋਂ ਦਿੰਦੇ ਆ ਰਹੇ ਹੋ, ਹੋਰ ਸਪੋਰਟ ਕਰੋ ਆਰੀਅਨ ਨੂੰ, ਤਾਂ ਕਿ ਜਲਦ ਤੋਂ ਜਲਦ ਉਹਦਾ ਟ੍ਰੀਟਮੈਂਟ ਕੀਤਾ ਜਾ ਸਕੇ। ਇਸ ਤਰ੍ਹਾਂ ਹੀ ਜੁੜੇ ਰਵਾਂਗੇ ਲਾਈਵ ਦੇ ਵਿੱਚ। ਅੱਜ ਕੈਂਪੇਨ ਚੱਲ ਰਹੀ ਹੈ ਆਰੀਅਨ ਦੇ ਲਈ।